ਰਾਮ ਸਰੂਪ ਅਣਖੀ ਦਾ ਨਾਵਲ ਭੀਮਾਂ ਦਾ 29 ਵਾਂਗ। ਕਹਿੰਦੇ ਹੁੰਦੇ ਪਿੰਡ ਰੱਬ ਦੇ, ਸ਼ਹਿਰ ਆਦਮੀਆਂ ਦੇ, ਪਰ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਲੀਡਰਾਂ ਨੇ ਪਿੰਡਾਂ ਨੂੰ ਰੱਬ ਦੇ ਨਹੀਂ ਰਹਿਣ ਦਿੱਤਾ ਸੀ। ਪਿੰਡ ਕਾਂਗਰਸੀਆਂ ਤੇ ਅਕਾਲੀਆਂ ਦੇ ਹੋ ਕੇ ਰਹਿ ਗਏ। ਆਜ਼ਾਦੀ ਤੋਂ ਬਾਅਦ ਜਦੋਂ ਪਿੰਡਾਂ 'ਚ ਪੰਚਾਇਤਾਂ ਬਣੀਆਂ ਤਾਂ ਲੋਕਾਂ ਲਈ ਇੱਕ ਅਚੰਭਾ ਸੀ। ਆਖ ਰਹੇ ਸਨ, ਲੈ ਬਈ ਇਹ ਤਾਂ ਚੱਜ ਦੀ ਗੱਲ ਹੈ, ਆਖੇ ਪਿੰਡਾਂ ਦੇ ਲੋਕ ਆਪਣੇ ਝਗੜੇ ਆਪੇ ਨਿਬੇੜਿਆ ਕਰਨਗੇ। ਪਿੰਡਾਂ ਦੇ ਨੰਬਰਦਾਰ ਕਦੇ ਅਰਧ ਸਰਕਾਰੀ ਅਫਸਰ ਸਨ। ਸਰਕਾਰੀ ਦਰਬਾਰੇ ਨੰਬਰਦਾਰਾਂ ਦੀ ਬਹੁਤ ਮੰਨੀ ਜਾਂਦੀ। ਤਹਿਸੀਲਦਾਰ ਉਹਨਾਂ ਦੀ ਮੰਨਦਾ। ਪੁਲਿਸ ਕਿਸੇ ਕੇਸ 'ਚ ਪਿੰਡ ਆਉਂਦੀ, ਪਹਿਲਾਂ ਚੌਕੀਦਾਰ ਤੇ ਨੰਬਰਦਾਰਾਂ ਨੂੰ ਬੁਲਾਇਆ ਜਾਂਦਾ। ਆਜ਼ਾਦੀ ਤੋਂ ਪਹਿਲਾਂ ਨੰਬਰਦਾਰਾਂ ਦੀ ਗੱਲ ਤਾਂ ਰਾਜੇ ਮਹਾਰਾਜੇ ਵੀ ਮੰਨਦੇ ਸੀ। ਆਜ਼ਾਦੀ ਤੋਂ ਪਹਿਲਾਂ ਜਗਤਪੁਰ ਪਿੰਡ 'ਚ 2 ਨੰਬਰਦਾਰ ਸਨ। ਫਿਰ ਆਜ਼ਾਦੀ ਮਿਲਣ ਤੋਂ ਕਈ ਸਾਲਾਂ ਬਾਅਦ 2 ਨੰਬਰਦਾਰ ਹੋਰ ਬਣਾ ਦਿੱਤੇ ਗਏ। ਪੈਪਸੂ 'ਚ ਪਹਿਲੀ ਵਾਰੀ ਪੰਚਾਇਤਾਂ ਬਣੀਆਂ ਤਾਂ ਕੁਝ ਸਾਲਾਂ ਤੱਕ ਤਾਂ ਨੰਬਰਦਾਰਾਂ ਦੀ ਵੀ ਮੰਨੀ ਜਾਂਦੀ ਰਹੀ। ਸਰਪੰਚ ਨੂੰ ਪਿੰਡ ਦੇ ਆਦਮੀ ਐਵੇਂ ਬਨੌਟੀ ਜਿਹਾ ਸਮਝਦੇ ਸੀ। ਪੁਲਿਸ ਅਜੇ ਤੱਕ ਵੀ ਨੰਬਰਦਾਰਾਂ ਦੀ ਕਦਰ ਕਰਦੀ ਸੀ। ਤੇ ਦੂਜੀ ਵਾਰ ਪੰਚਾਇਤਾਂ ਉਦੋਂ ਬਣੀਆਂ ਜਦੋਂ ਪੈਪਸੂ ਰਾਜ ਟੁੱਟ ਚੁੱਕਿਆ ਸੀ। ਪੈਪਸੂ ਨੂੰ ਪੰਜਾਬ ਵਿੱਚ ਹੀ ਮਿਲਾ ਦਿੱਤਾ ਗਿਆ। ਦੂਜੀ ਵਾਰ ਬਣੀ ਪੰਚਾਇਤ ਐਨ ਪੂਰੀ ਸੂਰੀ ਸੀ। ਇਸ ਪੰਚਾਇਤ ਦਾ ਸਰਪੰਚ ਬਾਕਾਇਦਾ ਚੁਣਿਆ ਗਿਆ ਸੀ, ਸਰਬਸੰਮਤੀ ਨਾਲ। ਪੰਚਾਇਤ ਮੈਂਬਰ ਸਾਰੀਆਂ ਪੱਤੀਆਂ 'ਚੋਂ ਲਏ ਗਏ। ਪੰਚਾਇਤ ਮੈਂਬਰ ਵਿੱਚ ਹਰੀਜਨ ਭਾਈਚਾਰੇ ਦੇ ਮੈਂਬਰ ਸਨ, ਇੱਕ ਇਸਤਰੀ ਵੀ। ਫਿਰ ਤਾਂ ਪੰਚਾਇਤ ਦੀ ਚੱਲਣ ਲੱਗੀ। ਮਾਲ ਮਹਿਕਮਾ ਸਰਪੰਚ ਨੂੰ ਪੁੱਛਦਾ ਤੇ ਪੁਲਿਸ ਵਾਲੇ ਵੀ। ਹੌਲੀ ਹੌਲੀ ਪਿੰਡ ਦੇ ਨੰਬਰਦਾਰਾਂ ਦੀ ਕਦਰ ਘਟਣ ਲੱਗੀ। ਪਿੰਡ ਦਾ ਕੋਈ ਇਕੱਠ ਹੁੰਦਾ ਤਾਂ ਨੰਬਰਦਾਰ ਆਪਣੇ ਆਪ ਹੀ ਉਸ ਇਕੱਠ 'ਚ ਸ਼ਾਮਲ ਹੋ ਜਾਂਦੇ ਸਨ। ਉਂਝ ਉਹਨਾਂ ਦੀ ਉੱਥੇ ਕੋਈ ਲੋੜ ਨਹੀਂ ਹੁੰਦੀ ਸੀ ਤੇ ਨਾ ਹੀ ਉਹਨਾਂ ਦੀ ਕੋਈ ਖਾਸ ਸਲਾਹ ਲਈ ਜਾਂਦੀ। ਫਿਰ ਤਾਂ ਨੰਬਰਦਾਰ ਪਿੰਡ ਦਾ ਮਾਮਲਾ ਉਗਰਾਉਣ ਜੋਗੇ ਹੀ ਰਹਿ ਗਏ। ਪਟਵਾਰੀ ਇਕੱਲੇ ਨੰਬਰਦਾਰ ਨੂੰ ਫਰਦਾਂ ਬਣਾ ਕੇ ਦੇ ਦਿੰਦਾ। ਉਹ ਮਾਮਲਾ ਇਕੱਠਾ ਕਰਦੇ। ਮਾਮਲੇ ਦੀ ਰਕਮ 'ਚ ਨੰਬਰਦਾਰਾਂ ਦਾ ਹਿੱਸਾ ਵੀ ਹੁੰਦਾ, ਜਿਹੜਾ ਸਰਕਾਰ ਉਹਨਾਂ ਨੂੰ ਮੁਆਵਜ਼ੇ ਵਜੋਂ ਦਿੰਦੀ ਸੀ। ਹਾਂ, ਬਸ ਖਾਨਦਾਨ ਮਗਰ ਲੱਗੀ ਨੰਬਰਦਾਰੀ ਦੀ ਪੂਛ ਬਰਕਰਾਰ ਸੀ। ਕਈ ਪਿੰਡਾਂ ਦੇ ਨੰਬਰਦਾਰ ਜਦੋਂ ਤਹਿਸੀਲ ਕਚਹਿਰੀਆਂ ਤੇ ਜ਼ਿਲ੍ਹਾ ਕਚਹਿਰੀਆਂ 'ਚ ਝੂਠੀਆਂ ਗਵਾਹੀਆਂ ਦੇਣ ਲੱਗੇ ਤਾਂ ਇਹਨਾਂ ਦੀ ਬੜੀ ਬਦਨਾਮੀ ਹੋਈ। ਪਿੰਡ ਦਾ ਪਹਿਲਾ ਸਰਪੰਚ ਸੁਰਜਣ ਫੌਜੀ ਸੀ। ਉਹਦੇ ਨਾਲ 2 ਪੰਚਾਇਤ ਮੈਂਬਰ ਵੀ ਬਣਾਏ ਗਏ ਸਨ। ਇੱਕ ਤਾਂ ਸੀ ਰਾਮਦਾਸੀਆਂ 'ਚੋਂ ਬੱਗੂ ਸਿੰਘ, ਦੂਜਾ ਮੈਂਬਰ ਇੱਕ ਬੁੜੀ ਸੀ ਦਿਆਕੁਰ। ਉਦੋਂ ਪੈਪਸੂ ਰਾਜ ਸੀ। ਪਿੰਡ 'ਚ ਹੁਕਮ ਆਇਆ ਸੀ ਕਿ ਪੰਚਾਇਤ ਬਣਾਈ ਜਾਏ। ਪਟਵਾਰੀ ਨੇ ਚੌਕੀਦਾਰ ਨੂੰ ਸੱਦ ਕੇ ਪਿੰਡ ਦਾ ਇਕੱਠ ਕੀਤਾ। ਬਹੁਤੇ ਬੰਦੇ ਨਹੀਂ ਆਏ, ਐਵੇਂ ਬਸ 200 ਆਦਮੀ ਗੁਰਦੁਆਰੇ ਦੀਆਂ ਨਿੰਮਾਂ ਥੱਲੇ ਇਕੱਠੇ ਹੋਇਆ। ਇਹ ਚੋਣ ਇਕੱਲੇ ਪਟਵਾਰੀ ਨਹੀਂ ਕਰਵਾਈ ਸੀ। ਪਹਿਲਾਂ 3 ਬੰਦਿਆਂ ਤੋਂ ਇੱਕੋ ਪਰਚੇ ਤੇ ਦਸਖਤ ਕਰਾਏ। ਇਹਨਾਂ ਤਿੰਨਾਂ ਨੇ ਆਪਣਾ ਨਾਂ ਆਪ ਹੀ ਪੇਸ਼ ਕੀਤਾ ਸੀ। ਆਖੇ ਮੈਂ ਸਰਪੰਚ ਬਣਨਾ ਚਾਹੁੰਦਾ। ਇੱਕ ਸੀ ਸੁਰਜਣ ਫੌਜੀ, ਦੂਜਾ ਸਾਧੂ ਬਾਣੀਆ ਤੇ ਤੀਜਾ ਇੱਕ ਗੱਭਰੂ ਜਿਹਾ ਮੁੰਡਾ ਸੀ, ਜਿਹੜਾ ਬਠਿੰਡੇ ਕਾਲਜ 'ਚ ਪੜ੍ਹਦਾ ਸੁਣੀਂਦਾ ਸੀ। ਇਹ ਕਿਸੇ ਨੂੰ ਪੱਕਾ ਪਤਾ ਨਹੀਂ ਸੀ ਵੀ ਉਹ ਕਦੇ ਬਠਿੰਡੇ ਜਾਂਦਾ ਹੈ ਤਾਂ ਕੀ ਕਰਨ ਜਾਂਦਾ ਹੈ। ਉਹਨਾਂ ਦੇ ਘਰਦਿਆਂ ਦਾ ਤਾਂ ਇਹੋ ਐਲਾਨ ਸੀ ਵੀ ਉਹ ਬਠਿੰਡੇ ਕਾਲਜ 'ਚ ਪੜ੍ਹਦਾ। ਇਹਦਾ ਨਾਂ ਇੰਦਰਜੀਤ ਸਿੰਘ ਸੀ। ਸਭ ਇਹਨੂੰ ਜੀਤਾ ਕਹਿੰਦੇ। ਜੀਤੇ ਦੇ ਨਾਂ ਨਾਲ ਹੀ ਉਹ ਪਿੰਡ ਦੇ ਨੌਜਵਾਨਾਂ 'ਚ ਜਾਣਿਆ ਜਾਂਦਾ। ਸੁਰਜਣ ਫੌਜੀ ਨੂੰ ਪਤਾ ਸੀ ਵੀ ਉਹ ਪਟਵਾਰੀ ਨੂੰ ਇੱਕ ਦਿਨ ਪਹਿਲਾਂ ਹੀ ਮਿਲ ਲਿਆ ਤੇ ਉਹਦੇ ਮੁਕਾਬਲੇ 'ਚ ਪਿੰਡ ਦਾ ਬੰਦਾ ਕੋਈ ਖੜਦਾ ਨਾ ਖੜਦਾ, ਸਰਪੰਚ ਉਸੇ ਨੂੰ ਬਣਾਇਆ ਜਾਣਾ ਸੀ। ਪਟਵਾਰੀ ਨੇ ਸਭ ਤੋਂ ਪਹਿਲਾਂ ਸੁਰਜਣ ਫੌਜੀ ਦਾ ਨਾਂ ਲਿਆ। ਆਖਿਆ ਵੀ ਜਿਹੜੇ ਉਹਨੂੰ ਸਰਪੰਚ ਟਿਕਣਾ ਚਾਹੁੰਦੇ ਆ ਉਹ ਆਪਣੀ ਬਾਂਹ ਖੜੀ ਕਰਨ। ਚੰਬ 'ਚ ਹੀ ਸਾਰੇ ਲੋਕਾਂ ਨੇ ਬਾਹਾਂ ਖੜੀਆਂ ਕਰਤੀਆਂ। ਕਿਸੇ ਨੇ ਬਾਂਹ ਨਹੀਂ ਵੀ ਖੜੀ ਕੀਤੀ ਹੋਏਗੀ। ਸੁਰਜਣ ਫੌਜੀ ਨੂੰ ਪਿੰਡ ਦੇ ਸਭ ਲੋਕ ਜਾਣਦੇ ਸੀ। ਉਹ ਆਜ਼ਾਦੀ ਤੋਂ ਪਹਿਲਾਂ ਫੌਜ 'ਚ ਗਿਆ ਸੀ ਜਾਂ ਨਹੀਂ, ਕੋਈ ਪੱਕਾ ਸਬੂਤ ਨਹੀਂ ਸੀ। ਇੱਕ ਵਾਰ ਉਹ ਪਿੰਡੋਂ ਨਿਕਲਿਆ, ਕਈ ਸਾਲ ਮੁੜ ਕੇ ਘਰ ਨਹੀਂ ਆਇਆ ਸੀ। ਉਹਨਾਂ ਦੇ ਘਰ ਦੇ ਆਖਦੇ ਸੀ ਵੀ ਉਹ ਅੰਬਾਲੇ ਜਾ ਕੇ ਫੌਜ 'ਚ ਭਰਤੀ ਹੋ ਗਿਆ। ਪਿੰਡ ਦੇ ਬੰਦੇ ਇਹ ਵੀ ਆਖਦੇ ਵੀ ਉਹ ਕਲਕੱਤੇ ਕਿਸੇ ਨੇ ਦੇਖਿਆ ਟੈਕਸੀ ਚਲਾਉਂਦਾ। ਕੋਈ ਉਹਦਾ ਮਖੌਲ ਉਡਾ ਰਿਹਾ ਹੁੰਦਾ ਕਿ ਸੁਰਜਣ ਇਹਨਾਂ ਦਾ ਮੁੰਡਾ। ਕਿਹੜੀ ਟੈਕਸੀ? ਜਿਹਨੇ ਆਪ ਅੱਖੀਂ ਦੇਖਿਆ ਦੱਸਦਾ ਹੈ ਕਿ ਉਹ ਕਲਕੱਤੇ ਦੀ ਤੰਦੂਰ ਤੇ ਰੋਟੀਆਂ ਪਕਾ ਰਿਹਾ ਸੀ। 4 ਸਾਲਾਂ ਬਾਅਦ ਸੁਰਜਣ ਪਿੰਡ ਵੜਿਆ। ਉਦੋਂ ਤੱਕ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਦੂਜੀ ਵੱਡੀ ਸੰਸਾਰ ਜੰਗ ਕਦੋਂ ਦੀ ਖਤਮ ਹੋ ਚੁੱਕੀ ਸੀ। ਉਹਦਾ ਰਹਿਣ ਸਹਿਣ ਸੱਚੀ ਇਉਂ ਸੀ ਜਿਵੇਂ ਉਹ ਫੌਜੀ ਰਿਹਾ ਹੋਵੇ। ਖਾਕੀ ਜੀਨ ਦੀ ਪੈਂਟ ਨਾਲ ਚਿੱਟਾ ਕੁੜਤਾ ਪਹਿਨਦਾ, ਵੱਡੇ ਕਲਰਾਂ ਵਾਲਾ ਨੀਲੇ ਰੰਗ ਦੀ ਪਗੜੀ ਬੰਨ੍ਹਦਾ, ਥੱਲੇ ਲਾਲ ਰੰਗ ਦੀ 50 ਲਾ ਕੇ, ਦਾੜੀ ਬੰਨ੍ਹ ਕੇ ਰੱਖਦਾ, ਪੈਰਾਂ 'ਚ ਫੀਤਿਆਂ ਵਾਲੇ ਕਾਲੇ ਲੰਮੇ ਬੂਟ, ਜਿਵੇਂ ਅੱਜ ਹੀ ਅੰਬਾਲੇ ਤੋਂ ਮੁੜਿਆ ਹੋਵੇ। ਪਰ ਇਹ ਰਹੱਸ ਹੀ ਰਿਹਾ ਕਿ ਉਹ ਕਦੇ ਫੌਜ 'ਚ ਸੀ। ਨਾ ਉਹਦੀ ਕੋਈ ਪੈਨਸ਼ਨ ਕਦੇ ਪਿੰਡ ਆਈ, ਨਾ ਉਹ ਕਿਧਰੇ ਪੈਨਸ਼ਨ ਲੈਣ ਜਾਂਦਾ ਸੀ। ਜਦੋਂ ਆਇਆ ਸੀ ਉਹਦੇ ਕੁੜਤੇ ਦੀ ਉਤਲੀ ਜੇਬ 'ਚ ਕਾਲਾ ਬਟੂਆ ਜ਼ਰੂਰ ਰਹਿੰਦਾ ਸੀ।
ਜਿਸ 'ਚ ਨੀਲੇ ਨੀਲੇ ਨੋਟਾਂ ਦੀ ਥਈ ਹੁੰਦੀ। ਲੋਕ ਉਹਨੂੰ ਫੌਜੀ ਆਖਦੇ ਤੇ ਉਹ ਆਪਣੇ ਆਪ ਨੂੰ ਫੌਜੀ ਮੰਨਦਾ ਵੀ ਸੀ। ਸੁਰਜਣ ਆਪਣੇ ਜ਼ਮਾਨੇ 'ਚ 4 ਜਮਾਤਾਂ ਉਰਦੂ ਦੀਆਂ ਪੜ੍ਹਿਆ ਹੋਇਆ ਸੀ। ਉਹ ਕਦੇ ਬਠਿੰਡੇ ਜਾਂਦਾ ਤਾਂ ਉਰਦੂ ਦਾ ਅਖਬਾਰ ਲੈ ਕੇ ਆਉਂਦਾ। ਕਿਸੇ ਹੱਥ ਬਠਿੰਡੇ ਤੋਂ ਉਰਦੂ ਦਾ ਅਖਬਾਰ ਮੰਗਵਾਉਂਦਾ ਵੀ ਰਹਿੰਦਾ। ਉਹਦੇ ਹੱਥ 'ਚ ਅਖਬਾਰ ਹੁੰਦਾ ਤਾਂ ਉਹ ਇਕੱਲੀ ਇਕੱਲੀ ਖਬਰ ਸੱਥ 'ਚ ਖੁੰਡਾਂ 'ਤੇ ਬੈਠੇ ਬੰਦਿਆਂ ਨੂੰ ਪੜ੍ਹ ਸੁਣਾਉਂਦਾ। ਖਬਰ ਪੜ੍ਹ ਕੇ ਪਿੱਛੋਂ ਉਸ ਖਬਰ ਨੂੰ ਸਮਝਾਉਂਦਾ ਵੀ। ਸੱਥ ਦੇ ਲੋਕ ਉਹਨੂੰ ਆਪਣੇ ਨਾਲੋਂ ਖਾਸਾ ਸਿਆਣਾ ਮੰਨਦੇ। ਅਖਬਾਰ ਪੜ੍ਹਨ ਕਰਕੇ ਆਪਣੀ ਪੱਤੀ ਦੀ ਸੱਥ ਵਿੱਚ ਹੀ ਮਸ਼ਹੂਰ ਨਹੀਂ, ਫਿਰ ਪਿੰਡ ਵਿੱਚ ਵੀ ਉਹਦੀਆਂ ਗੱਲਾਂ ਹੋਣ ਲੱਗੀਆਂ। ਫਿਰ ਤਾਂ ਉਹ ਗੁਰਦੁਆਰੇ ਦੀਆਂ ਨਿੰਮਾਂ ਥੱਲੇ ਜਾ ਕੇ ਅਖਬਾਰ ਪੜ੍ਹਦਾ ਸੀ। ਸੁਣਨ ਵਾਲੇ ਪਿੱਛੋਂ ਆਖਦੇ, ਬੋਤੀਆਂ ਵਾਲਿਆਂ ਦਾ ਸੁਰਜਣ ਦੇਖ ਲੈ ਕਿਵੇਂ ਕੜਾਕ ਕੜਾਕ ਅਖਬਾਰ ਪੜ੍ਹ ਕੇ ਸੁਣਾਉਂਦਾ, ਜਿਵੇਂ ਰੇਡੀਆ ਬੋਲਦਾ ਹੋਵੇ। ਕਿਉਂਕਿ ਫਿਰ ਸਾਰਾ ਪਿੰਡ ਉਹਨੂੰ ਜਾਣਦਾ ਸੀ। ਉਹਦਾ ਨਾਂ ਲਏ ਤੋਂ ਸਾਰੇ ਬੰਦਿਆਂ ਨੇ ਬਾਹਾਂ ਖੜੀਆਂ ਕਰਤੀਆਂ। ਪਟਵਾਰੀ ਨੇ ਉੱਚੇ ਹੱਥ ਗਿਣੇ ਤੇ ਗਿਣਤੀ ਆਪਣੀ ਕਾਪੀ 'ਚ ਲਿਖ ਲਈ। ਦੂਜਾ ਸੀ ਸਾਧੂ ਬਾਣੀਆ। ਇਹ ਕੰਮ ਕੋਈ ਨਹੀਂ ਕਰਦਾ ਸੀ, ਨਾ ਹੀ ਕਿਧਰੇ ਉਹਦੀ ਕੋਈ ਦੁਕਾਨ ਸੀ। ਉਹਦੀ ਤੀਵੀਂ ਭੱਜ ਕੇ ਪੇਕੀ ਜਾ ਵੜੀ ਸੀ ਜਾਂ ਕੀ ਪਤਾ ਕਿੱਥੇ ਗਈ ਸੀ। ਮਗਰ ਇੱਕ ਮੁੰਡਾ ਛੱਡ ਗਈ। ਮੁੰਡੇ ਦੀ ਉਮਰ 7-8 ਸਾਲ ਸੀ। ਇੱਕ ਪੈਰ ਤੋਂ ਲੰਗੜਾ ਸੀ। ਹੱਥ ਦੀ ਇੱਕ ਉਂਗਲ ਮੂੰਹ 'ਚ ਪਾ ਕੇ ਰੱਖਦਾ। ਸਾਧੂ ਉਹਨੂੰ ਉਂਗਲ ਲਾ ਕੇ ਸਾਰਾ ਦਿਨ ਪਿੰਡ ਦੇ ਗੇੜੇ ਕੱਢਦਾ ਫਿਰਦਾ। ਜਿਸ ਘਰੋਂ ਰੋਟੀ ਮਿਲਦੀ ਖਾ ਲੈਂਦਾ, ਜਿੱਥੇ ਚਾਹ ਮਿਲਦੀ ਪੀ ਲੈਂਦਾ। ਮੁੰਡਾ ਵੀ ਜੱਟਾਂ ਦੇ ਟੁਕੜਿਆਂ 'ਤੇ ਹੀ ਪਲ ਰਿਹਾ ਸੀ। ਬਾਣੀਏ ਨੇ ਸੋਚਿਆ ਹੋਏਗਾ ਵੀ ਚਲੋ ਸਰਪੰਚ ਹੀ ਬਣ ਜਾਂਦੇ ਆ। ਸਾਧੂ ਦਾ ਨਾਂ ਲਿਆ, ਲੋਕੀ ਉੱਚਾ ਉੱਚਾ ਹੱਸਣ ਲੱਗੇ, ਚੀਕਾਂ ਮਾਰ ਰਹੇ ਸੀ। ਉਹਦੇ ਨਾਂ ਨੂੰ ਹਾਸੇ ਹਾਸੇ 'ਚ ਹੀ ਕੁਝ ਬੰਦਿਆਂ ਨੇ ਹੱਥ ਖੜੇ ਕਰਤੇ, ਕੁਝ ਮਨ ਚਲਿਆਂ ਨੇ ਆਪਣੇ ਦੋਵੇਂ ਹੱਥ ਖੜੇ ਕੀਤੇ। ਪਟਵਾਰੀ ਨੇ ਉਹਦੇ ਹੱਥ ਵੀ ਗਿਣ ਲਏ। ਤੀਜਾ ਨਾਂ ਇੰਦਰਜੀਤ ਦਾ ਸੀ। ਕਿਸੇ ਨੂੰ ਘੱਟ ਹੀ ਪਤਾ ਸੀ ਵੀ ਇਹ ਇੰਦਰਜੀਤ ਕੌਣ ਹੈ। ਲੋਕ ਤਾਂ ਜੀਤੇ ਨੂੰ ਜਾਣਦੇ ਸੀ, ਜਿਹੜਾ ਬਠਿੰਡੇ ਕਾਲਜ 'ਚ ਪੜ੍ਹਦਾ ਸੀ। ਇੰਦਰਜੀਤ ਨਾਂ ਨੂੰ ਕੌਣ ਜਾਣਦਾ? ਨਾਂ ਲਏ ਤੋਂ ਲੋਕ ਚੁੱਪ ਸੀ। ਚੁੱਪ ਹੀ ਕੁਝ ਲੋਕਾਂ ਨੇ ਹੱਥ ਖੜੇ ਕੀਤੇ ਜੋ ਲਿਖ ਲਏ ਗਏ। ਪਟਵਾਰੀ ਨੇ ਵੋਟਾਂ ਪੜ੍ਹ ਕੇ ਸੁਣਾਈਆਂ। ਸੁਰਜਨ ਸਿੰਘ ਫੌਜੀ ਵੇਲੇ ਸਭ ਤੋਂ ਵੱਧ ਹੱਥ ਖੜੇ ਹੋਏ ਸੀ। ਉਹ ਸਰਪੰਚ ਬਣਾ ਦਿੱਤਾ ਗਿਆ। ਆਮ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਵੀ ਸਰਪੰਚ ਕੀ ਹੁੰਦਾ। ਉਹ ਤਾਂ ਬੱਗੂ ਰਮਦਾਸੀਏ ਨੂੰ ਵੀ ਸਰਪੰਚ ਆਖਦੇ, ਆਨੰਦਕੁਰ ਬੁੜੀ ਨੂੰ ਵੀ ਸਰਪੰਚਣੀ। ਇਹਨਾਂ ਦੋਵਾਂ ਦੇ ਨਾਮ ਪਟਵਾਰੀ ਨੇ ਵੈਸੇ ਹੀ ਬੋਲਤੇ। ਕੁਝ ਬੰਦਿਆਂ ਦੀ ਸਲਾਹ ਵੀ ਲਈ ਹੋਏਗੀ। ਬੱਗੂ ਰਾਮਦਾਸੀਆ ਵਿਹਲਾ ਰਹਿੰਦਾ, ਬਜ਼ੁਰਗ ਬੰਦਾ ਸੀ, ਵਿਹੜੇ 'ਚ ਉਹਦੀ ਚੰਗੀ ਪੁੱਛ ਦੱਸ ਸੀ। ਉਹ ਸ਼ਰੀਫ ਆਦਮੀ ਸੀ, ਇਮਾਨਦਾਰੀ ਨਾਲ ਜੱਟਾਂ ਦਾ ਸੀਰੀ ਰਿਹਾ। ਆਨੰਦਕੁਰ ਬੁੜੀ ਇਕੱਲੀ ਸੀ, ਨਾ ਧੀ ਨਾ ਪੁੱਤ। ਘਰ ਵਾਲਾ ਪਹਿਲਾਂ ਕਦੋਂ ਦਾ ਮਰ ਚੁੱਕਿਆ ਸੀ। ਉਹ ਬੁੜੀਆਂ ਦੀ ਦਵਾਈ ਬੂਟੀ ਕਰਦੀ ਤੇ ਹੱਥ 'ਚ ਸੋਟੀ ਫੜ ਕੇ ਲੋਕਾਂ ਦੇ ਘਰੀਂ ਫਿਰਦੀ ਰਹਿੰਦੀ। ਔਰਤਾਂ ਉਹਦੀ ਇੱਜ਼ਤ ਕਰਦੀਆਂ ਸੀ, ਅੰਮਾ ਜੀ ਹੁੰਦੀ ਰਹਿੰਦੀ। ਸਰਪੰਚ ਬਣ ਕੇ ਸੁਰਜਣ ਫੌਜੀ ਵਿਗੜ ਗਿਆ। ਪਿੰਡ ਦੇ ਚਾਰੇ ਨੰਬਰਦਾਰਾਂ 'ਚੋਂ ਇੱਕ ਵੀ ਅਜਿਹਾ ਨਹੀਂ ਸੀ। ਉਹ ਨਿੱਤ ਦਾਰੂ ਪੀਂਦਾ। ਬਠਿੰਡੇ ਕੋਰਟ ਕਚਹਿਰੀ 'ਚ ਜਾਣਾ ਹੁੰਦਾ ਤਾਂ ਅਗਲੇ ਤੋਂ ਪੈਸੇ ਲੈ ਕੇ ਉਹਦੇ ਹੱਕ 'ਚ ਗਵਾਹੀ ਦਿੰਦਾ। ਉਹ ਅੱਖਰਾਂ ਦਾ ਸਿਆਣੂ ਸੀ, ਬੋਲਣਾ ਜਾਣਦਾ। ਅਨਪੜ੍ਹ ਜੱਟਾਂ ਨੂੰ ਉਹ ਕੀ ਦਵਾਲ ਸੀ। ਦੇਸ਼ 'ਚ ਪਹਿਲੀ 5 ਸਾਲਾ ਯੋਜਨਾ ਚੱਲ ਰਹੀ ਸੀ। ਕਿਸਾਨਾਂ ਦੇ ਭਲੇ ਦੀ ਅਗਵਾਈ ਲਈ ਪੈਪਸੂ ਦਾ ਖੇਤੀਬਾੜੀ ਮਹਿਕਮਾ ਸਰਗਰਮ ਸੀ। ਇਹਦਾ ਮੁੱਖ ਦਫ਼ਤਰ ਨਾਭਾ ਵਿਖੇ ਸੀ। ਪਿੰਡ 'ਚ ਗ੍ਰਾਮ ਸੇਵਕ ਛੱਡੇ ਹੋਏ ਸੀ, ਜਿਹੜੇ ਖੇਤੀਬਾੜੀ ਮਹਿਕਮੇ ਵੱਲੋਂ ਭੇਜੀਆਂ ਸਬਸਿਡੀਆਂ ਕਿਸਾਨਾਂ 'ਚ ਮੁਫਤ ਵੰਡਦੇ। ਫਸਲਾਂ ਦੇ ਨਵੇਂ ਬੀਜ ਆ ਰਹੇ ਸਨ। ਕੀਟਨਾਸ਼ਕ ਦਵਾਈਆਂ ਤੇ ਬਹੁਤ ਘੱਟ ਰੇਟ ਤੇ ਬਨੌਟੀ ਖਾਦਾਂ। ਗ੍ਰਾਮ ਸੇਵਕ ਨਾਲ ਮਿਲ ਕੇ ਸੁਰਜਣ ਸਰਪੰਚ ਇਹ ਸਬਸਿਡੀਆਂ ਪਰੇ ਦੀ ਪਰੇ ਹੀ ਵੇਚ ਦਿੰਦਾ। ਗ੍ਰਾਮ ਸੇਵਕ ਉਹਨੂੰ ਗੜਬੜ ਕਰਨ ਦੇ ਢੰਗ ਤਰੀਕੇ ਦੱਸਦਾ। ਫਿਰ ਪੈਪਸੂ ਰਾਜ ਦੇ ਪੰਚਾਇਤ ਵਿਭਾਗ ਤੇ ਖੇਤੀਬਾੜੀ ਮਹਿਕਮੇ ਵੱਲੋਂ ਪਿੰਡਾਂ ਨੂੰ ਗ੍ਰਾਂਟਾਂ ਮਿਲਦੀਆਂ। ਸੁਰਜਣ ਨੂੰ ਕਦੇ ਵੀ ਕੋਈ ਗ੍ਰਾਂਟ ਸਹੀ ਥਾਂ ਤੇ ਨਹੀਂ ਵਰਤੀ, ਸਭ ਖਾ ਜਾਂਦਾ। ਪਤਾ ਵੀ ਨਹੀਂ ਲੱਗਦਾ ਸੀ ਵੀ ਪਿੰਡ 'ਚ ਕੋਈ ਗ੍ਰਾਂਟ ਆਈ ਹੈ। ਮੁੜ ਕੇ ਕਈ ਵਰ੍ਹਿਆਂ ਤੱਕ ਨਵੀਆਂ ਪੰਚਾਇਤਾਂ ਨਹੀਂ ਬਣਾਈਆਂ ਗਈਆਂ। ਸੁਰਜਣ ਫੌਜੀ ਸਰਪੰਚ ਚੱਲਦਾ ਰਿਹਾ। ਉਹਨੂੰ ਕਿਸੇ ਨੇ ਨਹੀਂ ਪੁੱਛਿਆ, ਕੋਈ ਪੜਤਾਲ ਨਹੀਂ ਹੋਈ, ਕੋਈ ਦਾਦ ਨਾ ਫਰਿਆਦ। ਸੁਰਜਣ ਫੌਜੀ ਨੂੰ ਕਿਸੇ ਨੇ ਬੁਲਾਇਆ ਤੱਕ ਨਹੀਂ। ਉਹ ਤਾਂ ਹਰ ਵੇਲੇ ਦਾਰੂ 'ਚ ਗੁੱਟ ਰਹਿੰਦਾ। ਉਹਦੇ ਨਾਲ ਕੀ ਕਰਦਾ ਗੱਲ ਕੋਈ। ਪੈਪਸੂ ਟੁੱਟਣ ਬਾਅਦ ਫਿਰ ਪੰਜਾਬ 'ਚ ਗ੍ਰਾਮ ਪੰਚਾਇਤਾਂ ਬਣੀਆਂ। ਇਹਨਾਂ ਦੀ ਬਾਕਾਇਦਾ ਵੋਟਾਂ ਪਵਾ ਕੇ ਚੋਣ ਹੋਈ। ਸਰਪੰਚ ਦੀ ਸਿੱਧੀ ਚੋਣ ਹੁੰਦੀ ਸੀ। ਪਿੰਡ ਨੇ ਏਕਾ ਕਰਕੇ ਦੌਲਾ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਪੰਚਾਇਤ ਮੈਂਬਰਾਂ ਲਈ ਵੋਟਾਂ ਪਵਾਈਆਂ ਗਈਆਂ। 15 ਬੰਦੇ ਖੜੇ ਹੋਏ, 15 ਹੀ ਬਕਸੇ ਰੱਖੇ ਗਏ। ਵੋਟਰ ਆਉਂਦਾ ਤੇ ਆਪਣੀ ਪਸੰਦ ਦੇ ਮੈਂਬਰ ਨੂੰ ਉਹਦੇ ਬਕਸੇ 'ਚ ਪਰਚੀ ਪਾਉਂਦਾ। ਪਰਚੀ ਤੇ ਮੋਹਰ ਲੱਗ ਕੇ ਸਿਰਫ ਚੋਣ ਅਫਸਰ ਦੇ ਦਸਖਤ ਹੁੰਦੇ। 15 ਬਕਸਿਆਂ 'ਚੋਂ ਕੱਲੇ ਬਕਸੇ ਦੀਆਂ ਪਰਚੀਆਂ ਗਿਣੀਆਂ ਗਈਆਂ। ਹਰੀਜਨ ਮੈਂਬਰ ਵੀ ਖੜੇ ਹੋਏ ਸੀ। ਉਹ 2 ਸੀ। ਜਿਨ੍ਹਾਂ ਪਹਿਲੇ 7 ਬੰਦਿਆਂ ਦੀਆਂ ਵੋਟਾਂ ਵੱਧ ਨਿਕਲੀਆਂ, ਉਹਨਾਂ ਨੂੰ ਪੰਚਾਇਤ ਮੈਂਬਰ ਮੰਨ ਲਿਆ ਗਿਆ। ਇਹਨਾਂ 'ਚ ਇੱਕ ਰਾਮਦਾਸੀਆ ਸੀ, 6 ਜੱਟ ਕਿਸਾਨ। ਬਾਅਦ 'ਚ ਇੱਕ ਔਰਤ ਨੂੰ ਵੀ ਨਾਮਜ਼ਦ ਕਰ ਲਿਆ ਗਿਆ, ਜੋ ਜ਼ਰੂਰੀ ਸੀ। ਸਣੇ ਸਰਪੰਚ 9 ਜਣਿਆਂ ਦੀ ਗ੍ਰਾਮ ਪੰਚਾਇਤ ਬਣ ਗਈ।
ਇਹ ਪੰਚਾਇਤ ਵੀ ਕਈ ਵਰ੍ਹਿਆਂ ਤੱਕ ਉਹੀ ਬਣੀ ਰਹੀ। ਮੁੜ ਕੇ ਕਦੇ ਪੰਚਾਇਤ ਚੋਣਾਂ ਨਹੀਂ ਹੋਈਆਂ। ਸਰਕਾਰ ਅਕਾਲੀਆਂ ਦੀ ਹੁੰਦੀ ਚਾਹੇ ਕਾਂਗਰਸੀਆਂ ਦੀ, ਪੰਚਾਇਤਾਂ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ। ਦੌਲਾ ਸਿੰਘ ਕਦੇ ਇੱਟਾਂ ਦਾ ਭੱਠਾ ਲਾਉਂਦਾ ਹੁੰਦਾ। ਇਸ ਕੰਮ ਦਾ ਉਹਨੂੰ ਤਜਰਬਾ ਵੀ ਸੀ। ਇਸੇ ਕਰਕੇ ਹਰ ਵਾਰ 4 ਪੈਸੇ ਕਮਾ ਲੈਂਦਾ ਸੀ। ਵਿਹਾਰ ਦਾ ਸੁੱਚਾ ਸੀ, ਕਦੇ ਕਿਸੇ ਬੰਦੇ ਨਾਲ ਬੇਈਮਾਨੀ ਨਹੀਂ ਕਰਦਾ ਸੀ। ਦੌਲੇ ਦੇ ਕੋਈ ਧੀ ਪੁੱਤ ਨਹੀਂ ਸੀ। ਉਹਨੇ ਕਿਹਦੇ ਲਈ ਕੁਝ ਬਣਾਉਣਾ ਸੀ। ਸਰਪੰਚਣੀ ਢਿੱਡੋਂ ਹੀ ਨਹੀਂ ਫੁੱਟੀ ਸੀ। ਚੰਗੀ ਬਥੇਰੀ ਸੀ। ਉਹਨਾਂ ਤੋਂ ਭੱਠਿਆਂ ਵਾਲੇ ਦਾ ਜੋੜਿਆ ਹੀ ਨਹੀਂ ਮੁੱਕਦਾ ਸੀ। ਹੋਰ ਉਹਨਾਂ ਨੇ ਕਿਹਨੂੰ ਦੇਣਾ ਸੀ। ਦੌਲਾ ਨਿੱਤ ਦਾ ਪਿਆਕ ਸੀ। ਉਹ ਜੱਚ ਕੇ ਬੈਠਦਾ, ਕੱਲਾ ਠੇਕੇ ਦੀ ਪੂਰੀ ਬੋਤਲ ਪੀ ਜਾਂਦਾ, ਪਰ ਆਪਣੇ ਪੱਲਿਓਂ ਪੈਂਦਾ ਸੀ। ਪੰਚਾਇਤ ਫੰਡ 'ਚੋਂ ਕਦੇ ਇੱਕ ਪੈਸਾ ਵੀ ਉਹਨੂੰ ਹਰਾਮ ਸੀ। ਭੱਠਿਆਂ ਤੋਂ ਬਾਅਦ ਉਹ ਦੇਸੀ ਸ਼ਰਾਬ ਦਾ ਠੇਕਾ ਲੈਣ ਲੱਗ ਪਿਆ। ਦੌਲਾ ਸਿੰਘ ਪਿੰਡ ਦਾ ਸੱਚਾ ਸੁੱਚਾ ਸਰਪੰਚ ਸੀ। ਕੋਰਟ ਕਚਹਿਰੀ ਉਹ ਵੀ ਜਾਂਦਾ, ਪਰ ਕਿਸੇ ਦੀ ਤਰਫਦਾਰੀ ਨਹੀਂ ਕਰਦਾ ਸੀ। ਉਹ ਦੋਵਾਂ ਧਿਰਾਂ ਨੂੰ ਇੱਕੋ ਜਿਹਾ ਰੱਖਦਾ, ਪੂਰਾ ਨਿਆਂ ਨਿਬੇੜਦਾ। ਉਹਨੂੰ ਪਿੰਡ ਦਾ ਕੋਈ ਇੱਕ ਤਬਕਾ ਵੀ ਨਜ਼ਦੀਕ ਨਹੀਂ ਸੀ। ਉਹ ਸਾਰਿਆਂ ਲਈ ਸਾਂਝਾ ਸੀ, ਸਾਰੇ ਪਿੰਡ ਲਈ ਸਾਂਝਾ ਸੀ। ਦੌਲਾ ਸਿੰਘ ਕੋਈ 15 ਸਾਲ ਸਰਪੰਚ ਰਿਹਾ। ਉਹ ਤਾਂ ਜਿਵੇਂ ਜੰਮਿਆ ਹੀ ਸਰਪੰਚ ਹੋਵੇ। ਆਦ ਜੁਗਾਦੀ ਸਰਪੰਚ। ਉਹ ਜਦੋਂ ਸਰਪੰਚ ਨਹੀਂ ਵੀ ਸੀ, ਪਿੰਡ ਉਹਨੂੰ ਫੇਰ ਵੀ ਸਰਪੰਚ ਆਖਦਾ, ਦੌਲਾ ਸੂ ਸਰਪੰਚ। ਕਮਾਲ ਇਹ ਸੀ, ਜਦੋਂ ਪਿੰਡ ਦੀ ਨਵੀਂ ਪੰਚਾਇਤ ਬਣੀ, ਉਹਨਾਂ ਦੀ ਕਦੇ ਕੋਈ ਖਾਸ ਮੀਟਿੰਗ ਹੁੰਦੀ ਜਾਂ ਪਿੰਡ ਦੇ ਭਲੇ ਲਈ ਕੋਈ ਮਤਾ ਪਾਸ ਕਰਨਾ ਹੁੰਦਾ, ਦੌਲਾ ਸਿੰਘ ਨੂੰ ਫੇਰ ਵੀ ਮੀਟਿੰਗ 'ਚ ਸੱਦ ਲੈਂਦੇ। ਪੰਚਾਇਤ ਮਾਮਲੇ 'ਚ ਕਦੇ ਕੋਈ ਸਰਕਾਰੀ ਅਫਸਰ ਪਿੰਡ ਆਉਂਦਾ ਤਾਂ ਉਹਨੂੰ ਯਾਦ ਕਰਦਾ, ਸਾਬਕਾ ਸਰਪੰਚ ਨੂੰ ਬੁਲਾਓ ਬਈ ਕਿੱਥੇ ਹੈ। ਫਿਰ ਬਣਿਆ ਪਿੰਡ ਦਾ ਇੱਕ ਬਾਣੀਆ ਸਰਪੰਚ। ਇਸ ਵਾਰ ਵੋਟਾਂ ਪਈਆਂ ਸਨ ਤੇ ਬੋਗਾ ਮੱਲ ਸਭ ਤੋਂ ਵੱਧ ਵੋਟਾਂ ਲੈ ਗਿਆ। ਅਸਲ 'ਚ ਰਾਮਦਾਸੀਆਂ ਵਿਹੜੇ ਦੀਆਂ ਵੋਟਾਂ ਵੱਧ ਪਈਆਂ ਉਹਨੂੰ। ਉਹਨਾਂ ਲੋਕਾਂ ਨੂੰ ਬੋਗਾ ਮੱਲ ਤੱਕ ਗਰਜ ਰਹਿੰਦੀ ਸੀ। ਦੁਕਾਨ ਤੋਂ ਉਧਾਰ ਸੁਧਾਰ ਚੱਲਦਾ ਸੀ। ਉਹਨਾਂ ਨੂੰ ਉਹ ਵਿਆਜੂ ਪੈਸੇ ਵੀ ਦਿੰਦਾ। ਪਿੰਡ ਦੇ ਥੋੜ੍ਹੇ ਟੁੱਟੇ ਜੱਟ ਵੀ ਬੋਗਾ ਮੱਲ ਨੂੰ ਭੁਗਤੇ ਸੀ। ਉਹਨਾਂ ਦਾ ਵੀ ਇਹੀ ਕਾਰਨ ਸੀ। ਬੋਗਾ ਮੱਲ ਤੱਕ ਤਾਂ ਉਹਨਾਂ ਨੂੰ 100 ਕੰਮ ਰਹਿੰਦਾ। ਸ਼ਰੀਕ ਜੱਟਾਂ ਤੋਂ ਉਹਨਾਂ ਨੇ ਕੀ ਲੈਣਾ ਸੀ। ਅੰਦਰ ਖਾਤੇ ਬੋਗਾ ਮੱਲ ਦੇ ਬੰਦਿਆਂ ਨੇ ਚੋਣ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਠੇਕੇ ਦੀ ਦੇਸੀ ਸ਼ਰਾਬ ਦੇ ਗੱਫੇ ਵੀ ਵਰਤਾਏ ਸੀ। ਜੱਟ ਉਮੀਦਵਾਰਾਂ ਨੂੰ ਇਹੀ ਹੈਂਕੜ ਸੀ, ਬਾਣੀਆਂ ਸਾਲਾ ਕਿਵੇਂ ਜਿੱਤ ਜੂ, ਗੋਡੀ ਲਵਾ ਦਿਆਂਗੇ ਕਰਿਆੜ ਦੀ। ਆਪਣੇ ਜੱਟ ਭਰਾਵਾਂ ਨੇ ਬਾਣੀਏ ਤੋਂ ਲੈਣਾ ਕੀ ਹੈ। ਤੇ ਬੋਗਾ ਮੱਲ ਵੀ 10-12 ਸਾਲ ਸਰਪੰਚ ਰਿਹਾ, ਮੁੜ ਕੇ ਚੋਣ ਹੀ ਨਹੀਂ ਹੋਈ। ਉਹਦੇ ਹੋਰ ਹੀ ਤਰੀਕੇ ਸੀ। ਉਹ ਪਿੰਡ ਦੇ ਝਗੜਿਆਂ ਰੌਲਿਆਂ 'ਚ ਕਿਸੇ ਇੱਕ ਦਾ ਪੱਖ ਨਹੀਂ ਲੈਂਦਾ ਸੀ। ਆਪਦਾ ਜੀ ਕਰਦਾ, ਸਾਂਝੀ ਜੀ ਗੱਲ ਕਰਦਾ, ਜਿਹੜੀ ਨਾ ਕਿਸੇ ਦੇ ਹੱਕ 'ਚ ਜਾਂਦੀ ਨਾ ਖਿਲਾਫ। ਪਿੰਡ ਦਾ ਕੋਈ ਸਾਂਝਾ ਕੰਮ ਹੁੰਦਾ, ਉਹ ਅੱਗੇ ਲੱਗ ਕੇ ਜ਼ਰੂਰ ਤੁਰਦਾ, ਪਰ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਸੀ। ਮੋਹਰੇ ਜੱਟ ਮੈਂਬਰਾਂ ਨੂੰ ਰੱਖਦਾ, ਉਹਨਾਂ ਦੀ ਪਿੱਠ ਥਾਪੜਦਾ। ਜੱਟ ਮੈਂਬਰ ਫੂਕ ਛੱਕ ਜਾਂਦਾ, ਅੱਗੇ ਲੱਗ ਕੇ ਕੰਮ ਕਰਨ ਲੱਗਦਾ। ਬੋਗਾ ਮੱਲ ਦਾ ਧਿਆਨ ਹਮੇਸ਼ਾ ਉਹਨਾਂ ਕੰਮਾਂ 'ਚ ਰਹਿੰਦਾ ਜਿੱਥੋਂ ਉਹਨੂੰ ਕੋਈ ਫਾਇਦਾ ਹੁੰਦਾ, ਉਹਨੂੰ ਕੋਈ ਪੈਸਾ ਬਣਦਾ ਹੋਵੇ। ਉਹਨੇ ਗ੍ਰਾਮ ਸੇਵਕ ਗੱਟ ਰੱਖਿਆ ਸੀ। BDPO ਪਿੰਡ ਆਉਂਦਾ, ਚਾਹ ਪਾਣੀ ਬੋਗਾ ਮੱਲ ਦੇ ਘਰ ਹੀ ਪੀਂਦਾ। ਉਹ ਹਰ ਅਫਸਰ ਦੀ ਪੂਰੀ ਸੇਵਾ ਕਰਦਾ ਸੀ। ਪਿੰਡ ਦੀ ਬਿਹਤਰੀ ਲਈ ਉਹਨਾਂ ਤੋਂ ਸਹਾਇਤਾ ਮੰਗਦਾ। ਸਰਪੰਚ ਦੇ ਮੂੰਹ ਨੂੰ ਉਹ ਸਹਾਇਤਾ ਕਰਦੇ ਵੀ, ਪਰ ਬੋਗਾ ਮੱਲ ਵਿੱਚ ਹੀ ਖਾ ਪੀ ਜਾਂਦਾ। ਪਿੰਡ ਵਾਸਤੇ ਗੁਆਰੇ ਦਾ ਨਵਾਂ ਵੀ ਆਇਆ। ਇਹ ਲੋਕਾਂ ਨੂੰ ਮੁਫਤ ਵੰਡਿਆ ਜਾਣਾ ਸੀ, ਤਾਂ ਕਿ ਇਹਦਾ ਝਾੜ ਵੇਖ ਕੇ ਕਿਸਾਨ ਅੱਗੇ ਤੋਂ ਇਹੀ ਗੁਆਰਾ ਬੀਜਿਆ ਕਰਨ। ਬੀਜ ਦੀਆਂ ਬੋਰੀਆਂ ਖੇਤੀਬਾੜੀ ਮਹਿਕਮੇ ਵੱਲੋਂ ਗ੍ਰਾਮ ਸੇਵਕ ਰਾਹੀਂ ਪਿੰਡ ਪਹੁੰਚੀਆਂ, ਪਰ ਬੋਗਾ ਮੱਲ ਨੇ ਬੋਰੀਆਂ ਸਿੱਧੀਆਂ ਆਪਣੀ ਦੁਕਾਨ ਦੀ ਅੰਦਰਲੀ ਕੋਠੜੀ 'ਚ ਰਖਵਾ ਲਈਆਂ। ਪਿੰਡ 'ਚ ਗੁੱਜਾ ਪ੍ਰਚਾਰ ਕੀਤਾ ਗਿਆ। ਨਵੇਂ ਗੁਆਰੇ ਨੂੰ ਫਲੀਆਂ ਬਹੁਤ ਲੱਗਦੀਆਂ, ਜਿਹੜੀਆਂ ਪਸ਼ੂਆਂ ਲਈ ਵਧੀਆ ਖੁਰਾਕ ਸੀ। ਗੁੱਜਾ ਗੁਆਰੇ ਦੇ ਬੀਜ ਦਾ ਰੇਟ ਵੀ ਕੱਢਤਾ। 5-5, 10-10 ਕਿਲੋ ਕਰਕੇ ਲੋਕ ਸਾਰਾ ਬੀਜ ਲੈ ਗਏ। ਸਰਪੰਚ ਪੈਸੇ ਨਗਦ ਲੈਂਦਾ ਸੀ, ਆਖਦਾ ਰਕਮ ਭਾਈ ਉੱਤੇ ਸਰਕਾਰ ਨੂੰ ਪਹੁੰਚਾਉਣੀ ਹੈ, ਆਪਣੀ ਤਾਂ ਇਹ ਚੀਜ਼ ਨਹੀਂ। ਗੁਆਰਾ ਮੇਰਾ ਹੁੰਦਾ ਤਾਂ ਜਿਵੇਂ ਮਰਜ਼ੀ ਉਧਾਰ ਲੈ ਜਾਂਦੇ। ਪਹਿਲਾਂ ਕਿਹੜਾ ਜਾਂਦਾ ਨਹੀਂ ਦੁਕਾਨ ਦਾ ਸੌਦਾ ਆਪਦਾ ਜੀ। ਚੀਜ਼ ਸੁਣਾਤੀ ਮੈਂ ਤਾਂ। ਐਸ ਹੱਥ ਪੈਸੇ, ਐਸ ਹੱਥ ਗੁਆਰਾ, ਜਿੰਨੀ ਲੋੜ ਹੈ ਆਪਦਾ ਜੀ ਲੈ ਜਾਓ। ਨਮੂਨਾ ਵੀ ਆਇਆ, ਫਿਰ ਮੁੱਕ ਜਾਣਾ, ਹੋਰ ਫਿਰ ਆਉਣਾ ਨਹੀਂ। ਇੱਕ ਵਾਰ ਪਿੰਡ ਦੀ ਲਾਇਬ੍ਰੇਰੀ ਲਈ ਗ੍ਰਾਂਟ ਮਿਲੀ। ਬੋਗਾ ਮੱਲ ਨੂੰ ਇਕੱਲੇ ਨੂੰ ਹੀ ਪਤਾ ਸੀ। ਉਹਨੇ ਚਿੱਠੀ ਪੜ੍ਹੀ, ਖੁਸ਼ ਹੋ ਗਿਆ, ਅੱਖਾਂ 'ਚ ਅੱਗ ਬਲਣ ਲੱਗੀ। BDPO ਦਫ਼ਤਰ ਦੇ ਇੱਕ ਕਲਰਕ ਨੂੰ ਨਾਲ ਲੈ ਕੇ ਉਹ ਜਲੰਧਰ ਗਿਆ, ਬਿੱਲ ਲੈ ਆਇਆ। ਕਿਵੇਂ ਨਾ ਕਿਵੇਂ ਪਬਲਿਸ਼ਰ ਨਾਲ ਹੇਠ ਉੱਤਾਂ ਕਰਕੇ ਕਿਤਾਬਾਂ ਨਹੀਂ ਆਈਆਂ। ਇਹ 20,000 ਰੁਪਏ ਦੀ ਲਾਇਬ੍ਰੇਰੀ ਗ੍ਰਾਂਟ ਸੀ। ਬੋਗਾ ਮੱਲ ਇਸ ਤਰ੍ਹਾਂ ਹੀ ਛੋਟੇ-ਮੋਟੇ ਘਾਲੇ ਮਾਲੇ ਕਰਦਾ ਰਹਿੰਦਾ ਸੀ ਤੇ ਉਹਦਾ ਠੱਕ ਟਖਾ ਚੱਲੀ ਜਾਂਦਾ। ਸਰਪੰਚ ਬਣਨ ਦਾ ਉਹਨੂੰ ਸਮਾਜਿਕ ਲਾਭ ਬਹੁਤ ਹੋਇਆ। ਉਹਦੇ 3 ਮੁੰਡੇ ਸੀ। ਵੱਡਾ ਮੁੰਡਾ ਢਿੱਲਾ ਮੱਠਾ ਰਹਿੰਦਾ ਸੀ, ਦੁਕਾਨ ਤੇ ਨਹੀਂ ਬੈਠਦਾ ਸੀ, ਸਾਰਾ ਦਿਨ ਸਰਦੀਆਂ 'ਚ ਧੁੱਪੇ ਖੇਸ ਲੈ ਕੇ ਪਿਆ ਰਹਿੰਦਾ। ਗਰਮੀਆਂ ਦੇ ਮਹੀਨੇ ਬੈਠਕ 'ਚੋਂ ਨਹੀਂ ਨਿਕਲਦਾ ਸੀ, ਪੱਖਾ ਛੱਡ ਲੈਂਦਾ, ਪਿਆ ਰਹਿੰਦਾ। ਰੋਟੀ ਵੇਲੇ ਚੰਗੀ ਭਲੀ ਰੋਟੀ ਖਾ ਲੈਂਦਾ ਸੀ, ਚਾਹ ਵੇਲੇ ਚਾਹ। ਉਹਦਾ
ਇਹ ਪਤਾ ਨਹੀਂ ਲੱਗਦਾ ਸੀ ਵੀ ਉਹਦਾ ਕੀ ਦੁਖਦਾ ਜਾਂ ਉਹਨੂੰ ਕੀ ਬਿਮਾਰੀ ਹੈ। ਨਕੰਮਾ ਮੁੰਡਾ ਸੀ। ਉਹਨੂੰ ਕਦੇ ਕੋਈ ਬਾਣੀਆਂ ਸਾਕ ਕਰਨ ਨਹੀਂ ਆਇਆ ਸੀ। ਦੂਜੇ ਮੁੰਡੇ ਦੇ ਲੱਤ 'ਚ ਨੁਕਸ ਸੀ, ਉਹ ਲੰਗ ਮਾਰ ਕੇ ਤੁਰਦਾ, ਕਦੇ ਕਦੇ ਤਾਂ ਉਹਨੂੰ ਗੋਡੇ 'ਤੇ ਹੱਥ ਰੱਖ ਕੇ ਤੁਰਨਾ ਪੈਂਦਾ। ਇਹੀ ਮੁੰਡਾ ਦੁਕਾਨ 'ਤੇ ਬੈਠਦਾ, ਇਹੀ ਮੁੰਡਾ ਕਮਾਊ ਸੀ ਤੇ ਬਾਣੀਆਂ ਵਾਲੀਆਂ ਸਾਰੀਆਂ ਚਾਲਾਂ ਘਤਿੱਤਾਂ ਨੂੰ ਸਮਝਣ ਵਾਲਾ। ਇੱਕ ਤਰ੍ਹਾਂ ਨਾਲ ਦੁਕਾਨ ਐਸੇ ਮੁੰਡੇ ਦੇ ਸਹਾਰੇ ਚੱਲਦੀ। ਉਹ 10 ਜਮਾਤਾਂ ਪਾਸ ਵੀ ਸੀ। ਬੋਗਾ ਮੱਲ ਵਾਂਗ ਹੀ ਉਹਦਾ ਕਾਰ ਵਿਹਾਰ ਸੀ, ਮਿੱਠਾ ਬੋਲਣਾ, ਅੰਦਰੋਂ ਪੂਰਾ ਕੁਤਰਨਾ ਜੱਟ ਨੂੰ। ਲੱਤ ਦਾ ਨੁਕਸ ਕਰਕੇ ਇਹਨੂੰ ਵੀ ਕੋਈ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ। ਤੀਜਾ ਮੁੰਡਾ ਅਲੱਥ ਸੀ, ਉਹ 9ਵੀਂ ਜਮਾਤ 'ਚ ਪੜ੍ਹਦਾ ਹੀ ਸਕੂਲੋਂ ਹਟ ਗਿਆ। ਬੋਗਾ ਮੱਲ ਨੇ ਤੇ ਮੁੰਡੇ ਦੀ ਮਾਂ ਨੇ ਉਹਨੂੰ ਬਹੁਤ ਸਮਝਾਇਆ, ਪਰ ਉਹ ਸਮਝਿਆ ਨਹੀਂ। ਜੱਟਾਂ ਦੇ ਮੁੰਡਿਆਂ ਨਾਲ ਅਵਾਰਾ ਫਿਰਨ ਲੱਗਿਆ। ਉਹਨਾਂ ਨਾਲ ਉਹਨਾਂ ਦੇ ਖੇਤਾਂ 'ਚ ਚਲਿਆ ਜਾਂਦਾ, ਕਦੇ ਕਦੇ ਕਿਸੇ ਦੀ ਮੋਟਰ ਉੱਤੇ ਖੇਤ ਰਾਤ ਕੱਟ ਲੈਂਦਾ। ਮਹਾਜਨਾਂ ਵਾਲਾ ਉਹਦੇ 'ਚ ਇੱਕ ਲੱਛਣ ਨਹੀਂ ਸੀ। ਉਹ ਸ਼ਰਾਬ ਪੀਂਦਾ, ਮੀਟ ਮੁਰਗੇ ਖਾਂਦਾ ਸੀ। ਉਹਦੀ ਬੋਲ ਬਾਣੀ ਜੱਟਾਂ ਦੇ ਮੁੰਡਿਆਂ ਵਾਲੀ ਸੀ। ਘਰ ਆਈ ਨੂੰ ਉਹਦੀ ਮਾਂ ਬੜੇ ਆਦਰ ਨਾਲ ਰੋਟੀ ਪਾਣੀ ਦਿੰਦੀ ਤੇ ਬੈਠੀ ਉਹਦੇ ਮੂੰਹ ਵੱਲ ਝਾਕੀ ਜਾਂਦੀ। ਉਹ ਕਿਸੇ ਦੀ ਇੱਕ ਨਹੀਂ ਜਾਣਦਾ ਸੀ। ਮਾਂ ਦੀਆਂ ਗੱਲਾਂ ਸੁਣ ਬਸ ਹੱਸੀ ਜਾਂਦਾ। ਬੋਗਾ ਮੱਲ ਦੀ ਇੱਕ ਗੱਲ ਦਾ ਵੀ ਜਵਾਬ ਨਹੀਂ ਦਿੰਦਾ ਸੀ। ਕਮਾਲ ਏ ਕਿ ਉਹਦਾ ਕੋਈ ਉਲਾਂਭਾ ਵੀ ਕਦੇ ਕਿਸੇ ਪਾਸਿਓਂ ਨਹੀਂ ਆਇਆ। ਦੇਖਣ ਪਾਖਣ ਨੂੰ ਸੋਹਣਾ ਸੀ, ਐਡੀਆਂ ਐਡੀਆਂ ਅੱਖਾਂ, ਭਰਵਾਂ ਚਿਹਰਾ, ਉੱਚਾ ਕੱਦ, ਹੱਡਾਂ ਪੈਰਾਂ ਦਾ ਤਕੜਾ, ਪਰ ਚੰਦਰੇ ਦੀ ਹਵਾ ਮਾੜੀ ਸੀ। ਉਹਨੂੰ ਸਾਕ ਵੀ ਕਾਹਦਾ ਹੋਣਾ ਸੀ, ਫਿਰਦਾ ਸੀ ਡੱਪ ਡੱਪ ਵੱਜਦਾ। ਬੋਗਾ ਮੱਲ ਨੂੰ ਸਰਪੰਚ ਬਣੇ ਨੂੰ ਹਾਲੇ 2 ਸਾਲ ਮਸਾਂ ਹੋਏ ਸੀ। ਉਹਦੀ ਮਹਿਮਾ ਪਿੰਡ 'ਚ ਹੀ ਨਹੀਂ, ਨੇੜੇ ਤੇੜੇ ਦੇ ਪਿੰਡਾਂ ਤੱਕ ਵੀ ਪਹੁੰਚਣ ਲੱਗੀ। ਕਿਸੇ ਨੇ ਬਿਮਾਰ ਨਹੀਂ ਦੇਖਿਆ, ਕੋਈ ਲੰਗੜਾ ਨਹੀਂ ਪਰਖਿਆ ਤੇ ਨਾ ਹੀ ਉਹਦੇ ਛੋਟੇ ਮੁੰਡੇ 'ਚ ਕੋਈ ਐਬ ਦਿਸਿਆ ਕਿਸੇ ਨੂੰ। ਤਿੰਨੇ ਮੁੰਡੇ 1-1 ਸਾਲ ਦੇ ਫਰਕ ਨਾਲ ਮੰਗੇ ਗਏ, ਫਿਰ ਵਧੀਆ ਵਿਆਹ ਹੋਏ ਉਹਨਾਂ ਦੇ। ਬਰਾਦਰੀ 'ਚ ਬੋਗਾ ਮੱਲ ਦੀ ਬੱਲੇ ਬੱਲੇ ਹੋਣ ਲੱਗੀ। ਜਿਸ ਛੋਟੇ ਮੁੰਡੇ ਨੂੰ ਅਵਾਰਾ ਸਮਝਦਾ, ਉਹਦੇ ਲਈ ਉਹ ਸਭ ਤੋਂ ਵੱਧ ਚੰਗਾ ਸਾਬਤ ਹੋਇਆ। ਪਿੰਡ ਦੇ ਨੌਜਵਾਨ ਮੁੰਡਿਆਂ ਨਾਲ ਉਹਦਾ ਉੱਠਣ ਬੈਠਣ ਸੀ। ਬੋਗਾ ਮੱਲ ਦੇ ਸਰਪੰਚੀ ਦੇ ਮਾਮਲੇ 'ਚ ਅੜੇ ਗੱਡੇ ਉਹੀ ਕੱਢਦਾ। ਬੋਗਾ ਮੱਲ ਦੇ ਸਰਪੰਚ ਬਣਨ ਤੋਂ 10-12 ਸਾਲ ਬਾਅਦ ਫਿਰ ਹੋਈ ਪੰਚਾਇਤ ਚੋਣ। ਇਸ ਵਾਰ ਬੋਗਾ ਮੱਲ ਆਪ ਨਹੀਂ ਖੜਾ, ਪਰ ਉਹਨੇ ਇੱਕ ਰਾਮਦਾਸੀਏ ਨੂੰ ਸਰਪੰਚ ਦੀ ਚੋਣ ਲੜਾਈ। ਉਹਦੇ ਅੰਦਰ ਖਾਤੇ ਤੇ ਸਾਮਰ ਤੱਕ ਵੀ ਬਹੁਤ ਮਦਦ ਕੀਤੀ, ਪਰ ਉਹ ਜਿੱਤ ਨਾ ਸਕਿਆ। ਇੱਕ ਪੜ੍ਹਿਆ ਲਿਖਿਆ ਜੱਟਾਂ ਦਾ ਮੁੰਡਾ ਸਰਪੰਚ ਬਣ ਗਿਆ। ਉਸ ਤੋਂ ਬਾਅਦ ਤਾਂ ਹਰ ਵਾਰ ਪਹਿਲੀ ਪੰਚਾਇਤ ਦੀ ਮਿਆਦ ਮੁੱਕਣ 'ਤੇ ਪੰਜਾਬ 'ਚ ਚੋਣਾਂ ਹੁੰਦੀਆਂ। ਕਦੇ ਕੋਈ ਜਿੱਤ ਜਾਂਦਾ, ਕਦੇ ਕੋਈ। ਇੱਕ ਵਾਰ ਰਹਿ ਚੁੱਕਿਆ ਸਰਪੰਚ ਮੁੜ ਕੇ ਚੋਣ ਨਹੀਂ ਲੜਦਾ ਸੀ। ਹਾਂ, ਕੋਈ ਪੰਚਾਇਤ ਮੈਂਬਰ ਮੁੜ ਖੜੇ ਹੁੰਦੇ, ਕੋਈ ਜਿੱਤ ਜਾਂਦਾ, ਕੋਈ ਹਾਰ ਜਾਂਦਾ। ਪਿੰਡ ਦੇ ਕੁਝ ਪੰਚਾਇਤ ਮੈਂਬਰ ਅਜਿਹੇ ਸੀ ਜਿਹੜੇ ਹਰ ਵਾਰ ਖੜੇ ਹੁੰਦੇ, ਹਰ ਵਾਰ ਜਿੱਤ ਜਾਂਦੇ। ਇਹ ਹਰ ਇੱਕ ਲਈ ਸੱਚੇ ਸੁੱਚੇ ਬੰਦੇ ਸਨ। ਬੇਈਮਾਨ ਬੰਦਾ ਮੁੜ ਕੇ ਨਹੀਂ ਜਿੱਤਦਾ ਸੀ। ਕਈ ਸਰਪੰਚ ਆਏ, ਕਈ ਗਏ। ਪਹਿਲਾਂ ਰੱਬ ਦਾ ਰੂਪ ਸਮਝੀ ਜਾਂਦੀ ਪੰਚਾਇਤ ਕਿਸੇ ਰਾਜਨੀਤੀ 'ਚ ਨਹੀਂ ਪੈਂਦੀ ਸੀ। ਅਸਲ 'ਚ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਰਾਜਨੀਤੀ ਕੀ ਹੁੰਦੀ ਹੈ। ਉਹ ਤਾਂ ਪਿੰਡ ਦੇ ਅੰਦਰੂਨੀ ਮਸਲਿਆਂ ਨੂੰ ਨਜਿੱਠ ਲੈਣਾ ਹੀ ਵੱਡੀ ਰਾਜਨੀਤੀ ਸਮਝਦੇ ਤੇ ਫਿਰ ਪੰਚਾਇਤ ਚੋਣਾਂ 'ਚ ਵੀ ਲੀਡਰ ਆ ਵੜੇ। ਉਹਨਾਂ ਨੂੰ ਵਿਸ਼ਵਾਸ ਸੀ ਕਿ ਵੋਟਰ ਤੱਕ ਸਿੱਧਾ ਪਹੁੰਚਿਆ ਜਾਵੇ। ਕਾਂਗਰਸ ਦਾ ਰਾਜ ਹੁੰਦਾ, ਉਹ ਪਿੰਡ ਦਾ ਸਰਪੰਚ ਆਪਣੀ ਪਾਰਟੀ ਦਾ ਬਣਾਉਣਾ ਚਾਹੁੰਦੇ। ਇੰਝ ਹੀ ਪੰਚਾਇਤ ਮੈਂਬਰਾਂ ਨੂੰ ਵੀ ਪਾਰਟੀ ਉਮੀਦਵਾਰ ਵਜੋਂ ਪੇਸ਼ ਕਰਦੀ। ਅਕਾਲੀ ਦਲ ਸੱਤਾ 'ਚ ਹੁੰਦਾ ਤਾਂ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰ ਨੀਲੀਆਂ ਪਗੜੀਆਂ ਵਾਲੇ ਹੀ ਬਣਦੇ। ਸੂਬੇ ਵਿੱਚ ਵੀ ਕੋਈ ਵੀ ਮੁੱਦਾ ਉੱਭਰ ਕੇ ਸਾਹਮਣੇ ਆਉਂਦਾ, ਇਹ ਦੋਵੇਂ ਮੁੱਖ ਪਾਰਟੀਆਂ ਉਹਦੇ 'ਚ ਪੱਕਾ ਦਖਲ ਦਿੰਦੀਆਂ। ਫਿਰ ਸ਼ਹਿਰਾਂ ਦੀਆਂ ਮਿਊਨਸਿਪਲ ਕੌਂਸਲਾਂ ਇਹਨਾਂ ਪਾਰਟੀਆਂ ਦਾ ਪੱਕਾ ਸ਼ਕਤੀ ਆਧਾਰ ਬਣਦਾ। ਪਿੰਡ ਜਗਤਪੁਰ 'ਚ ਅਜਿਹਾ ਹੀ ਵਰਤਾਰਾ ਕਈ ਸਾਲਾਂ ਤੋਂ ਵਾਪਰ ਰਿਹਾ ਸੀ। ਕਦੇ ਉੱਥੋਂ ਦਾ ਸਰਪੰਚ ਕਾਂਗਰਸੀ ਬਣਦਾ, ਕਦੇ ਅਕਾਲੀ। ਇਸ ਵਾਰ ਵੀ ਪੰਚਾਇਤ ਚੋਣ ਬਹੁਤ ਨੇੜੇ ਰਹਿ ਗਈ ਸੀ। ਲਗਭਗ ਤੈਅ ਸੀ ਕਿ ਕਾਂਗਰਸ ਵੱਲੋਂ ਕਿਹੜਾ ਸਰਪੰਚੀ ਲਈ ਖੜਾ ਹੋਏਗਾ ਤੇ ਅਕਾਲੀ ਦਲ ਵੱਲੋਂ ਕਿਹੜਾ। ਸਰਪੰਚਾਂ ਲਈ ਰਾਖਵੇਂ ਪਿੰਡ ਵੀ ਹੁੰਦੇ ਸੀ, ਜਿੱਥੇ ਸਿਰਫ ਮਜ਼੍ਹਬੀ ਰਾਮਦਾਸੀਆਂ ਦਾ ਬੰਦਾ ਹੀ ਸਰਪੰਚ ਬਣ ਸਕਦਾ। ਇਵੇਂ ਕੁਝ ਪਿੰਡ ਅਜਿਹੇ ਵੀ ਰਾਖਵੇਂ ਰੱਖੇ ਜਾਂਦੇ ਜਿੱਥੋਂ ਦੀ ਸਰਪੰਚ ਕੋਈ ਇਸਤਰੀ ਬਣ ਸਕਦੀ। ਪਰ ਜਗਤਪੁਰ ਪਿੰਡ ਦੀ ਪੰਚਾਇਤ ਦਾ ਸਰਪੰਚ ਹਮੇਸ਼ਾ ਹੀ ਖੁੱਲ੍ਹਾ ਰੱਖਿਆ ਜਾਂਦਾ। ਕਦੇ ਵੀ ਮਜ਼੍ਹਬੀ ਰਾਮਦਾਸੀਆਂ ਜਾਂ ਇਸਤਰੀਆਂ ਲਈ ਰਾਖਵਾਂ ਨਹੀਂ ਰੱਖਿਆ ਗਿਆ ਸੀ। ਨੱਥਾ ਸਿੰਘ ਜਗਤਪੁਰ ਪਿੰਡ ਦਾ ਧਨਾੜ ਜੱਟ ਸੀ। ਉਹਦੇ ਕੋਲ ਆਪਣੀ ਜ਼ਮੀਨ ਬਹੁਤ ਸੀ। ਕੁਝ ਜ਼ਮੀਨ ਉਹਨੇ ਥੋੜ੍ਹੇ ਟੁੱਟੇ ਕਿਸਾਨਾਂ ਦੀ ਬੈਅ ਕਰਵਾ ਕੇ ਲਈ ਹੋਈ ਸੀ। ਉਹ ਸ਼ਾਹੂਕਾਰੇ ਦਾ ਕੰਮ ਵੀ ਕਰਦਾ ਸੀ, ਜ਼ਮੀਨਾਂ ਗਹਿਣੇ ਵੀ ਲੈਂਦਾ ਰਹਿੰਦਾ। ਉਹਦੇ 4 ਮੁੰਡੇ ਸੀ, ਚਾਰੇ ਵਿਆਹੇ ਵਰੇ ਤੇ ਗਾਂ ਪੁੱਤਾਂ ਧੀਆਂ ਵਾਲੇ ਸੀ। ਆਬਾਦੀ ਉੱਤੇ ਉਹਨੇ ਧੁਰ ਤੋਂ ਧੁਰ ਤੱਕ 4 ਵੱਡੇ ਦਰਵਾਜ਼ੇ ਛੱਤ ਕੇ ਮਗਰ ਕਈ ਕਮਰੇ ਪਾਏ। ਚਾਰੇ ਦਰਵਾਜ਼ੇ ਮਗਰਲੇ ਕਮਰੇ 4 ਮੁੰਡਿਆਂ ਲਈ ਸਨ। ਮੁੰਡਿਆਂ ਦੀ ਰੋਟੀ ਚਾਹ ਅਲੱਗ ਸੀ, ਪਰ ਖੇਤੀ ਇਕੱਠੀ ਸੀ। ਨੱਥਾ ਸਿੰਘ ਦੀ ਸਰਕਾਰੇ ਦਰਬਾਰੇ ਪੂਰੀ ਚੱਲਦੀ ਸੀ।
ਪਿੰਡ 'ਚ ਕੋਈ ਵੱਡਾ ਪੁਲਿਸ ਅਫਸਰ ਆਉਂਦਾ ਜਾਂ ਮਾਲ ਮਹਿਕਮੇ ਦਾ ਕੋਈ ਅਫਸਰ, ਰੋਟੀ ਨੱਥਾ ਸਿੰਘ ਦੇ ਘਰ ਹੁੰਦੀ। ਅਫਸਰਾਂ ਦੀ ਜਾਣ ਪਛਾਣ ਕਰਕੇ ਉਹਨਾਂ ਤੋਂ ਕੰਮ ਵੀ ਤਾਂ ਲੈਂਦਾ ਸੀ। ਇਸ ਵਾਰ ਸਰਪੰਚੀ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨੱਥਾ ਸਿੰਘ ਸੀ। ਕਾਂਗਰਸ ਵਾਲਿਆਂ ਨੇ ਆਪਣਾ ਉਮੀਦਵਾਰ ਕੋਈ ਹਿੰਦੂ ਖੜਾ ਨਹੀਂ ਕੀਤਾ। ਉਹਨਾਂ ਦਾ ਪੱਕਾ ਵਿਚਾਰ ਸੀ ਵੀ ਜੱਟ ਦਾ ਮੁਕਾਬਲਾ ਕੋਈ ਜੱਟ ਹੀ ਕਰ ਸਕਦਾ। ਬੱਗਾ ਸਿੰਘ ਨੱਥਾ ਸਿੰਘ ਦੀ ਟੱਕਰ ਦਾ ਹੀ ਉਮੀਦਵਾਰ ਸੀ। ਜ਼ਮੀਨ ਜਾਇਦਾਦ ਉਹਦੇ ਕੋਲ ਵੀ ਬਹੁਤ ਸੀ। ਸ਼ਾਹੂਕਾਰੇ ਦਾ ਕੰਮ ਉਹ ਵੀ ਕਰਦਾ ਸੀ ਤੇ ਬੰਦੇ ਉਹਦੇ ਨਾਲ ਵੀ ਸਨ। ਸਰਕਾਰੀ ਦਰਬਾਰੇ ਉਹਦਾ ਜ਼ੋਰ ਸੀ। ਉਹਦੇ ਗਾਂਹ 2 ਮੁੰਡੇ ਸਨ, ਦੋਵੇਂ ਵਿਆਹੇ ਵਰੇ ਤੇ ਧੀਆਂ ਪੁੱਤਾਂ ਵਾਲੇ। ਬੱਗਾ ਸਿੰਘ ਦੇ ਦੋਵੇਂ ਮੁੰਡੇ ਸ਼ਰਾਬ ਨਹੀਂ ਪੀਂਦੇ ਸੀ, ਜਦਕਿ ਨੱਥਾ ਸਿੰਘ ਦਾ ਛੋਟਾ ਮੁੰਡਾ ਸ਼ਰਾਬ ਪੀਂਦਾ ਸੀ। ਵੱਡੇ ਤਿੰਨੇ ਨੱਥਾ ਸਿੰਘ ਵਾਂਗ ਹੀ ਸ਼ਰਾਬ ਮੀਟ ਦੇ ਨੇੜੇ ਨਹੀਂ ਜਾਂਦੇ ਸੀ ਤੇ ਬੱਗਾ ਸਿੰਘ ਪਹਿਲਾਂ ਹੀ 1 ਵਾਰ ਸਰਪੰਚ ਰਹਿ ਚੁੱਕਿਆ ਸੀ। ਉਹਨੇ ਪੰਚਾਇਤ ਫੰਡ 'ਚੋਂ ਕਦੇ 1 ਪੈਸਾ ਵੀ ਨਹੀਂ ਖਾਧਾ ਸੀ। ਪੰਚਾਇਤ ਨੂੰ ਦਿੱਤਾ ਜ਼ਰੂਰ ਹੋਏਗਾ। ਸਰਪੰਚੀ ਦੀ ਚੋਣ ਲੜਨ ਲਈ ਦੋਵਾਂ ਉਮੀਦਵਾਰਾਂ ਨੇ ਲੰਗਰ ਲੰਗੋਟੇ ਕਸੇ ਹੋਏ ਸਨ ਤੇ ਪੂਰੀਆਂ ਤਿਆਰੀਆਂ ਸਨ। ਧੰਨਵਾਦ। ਚੱਲਦਾ।